Good morning, students. My name is Ramandeep Kaur. I hope you all are fit and fine. First of all, let's take pledge. I, Ramandeep Kaur, commend to be vigilant and bear in mind at all times the risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behaviors. To always wear a mask, face cover, especially when in public places. To maintain a minimum distance of 6 feet from others. To wash my hands frequently and thoroughly with soap and water. Together, we will win this fight against COVID 19. ਸਟੂਡੈਂਟ, ਅੱਜ ਅਸੀਂ ਸੁਨਹਿਰੀ ਬੋਲੀ ਪਾਠ ਪੁਸਤਕ ਦਾ ਦੂਜਾ ਚੈਪਟਰ ਨਵਾਂ ਸਬਕ ਜੋ ਕਿ ਕਹਾਣੀਕਾਰ ਸਤਵੰਤ ਸਿੰਘ ਦੁਆਰਾ ਲਿਖੀ ਗਈ ਹੈ ਪੜ੍ਹਾਂਗੇ। ਅੱਜ ਅਰਵਿੰਦ ਬਹੁਤ ਉਦਾਸ ਸੀ। ਇਸ ਦਾ ਕਾਰਨ ਸੀ ਉਸ ਦੀ ਹਾਰ। ਜਿਹੜਾ ਅਰਵਿੰਦ ਬੈਡਮਿੰਟਨ ਵਿੱਚ ਟਰਾਫੀ ਜਿੱਤ ਕੇ ਲਿਆਉਂਦਾ ਸੀ, ਅੱਜ ਉਹ ਹਾਰ ਗਿਆ ਸੀ। ਅੱਜ ਜਦੋਂ ਉਹ ਸਟੇਟ ਪੱਧਰ ਦੇ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਗ ਲੈਣ ਗਿਆ ਸੀ ਤਾਂ ਬਹੁਤ ਖੁਸ਼ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਉਹ ਇਹ ਟੂਰਨਾਮੈਂਟ ਜ਼ਰੂਰ ਜਿੱਤੇਗਾ, ਪਰ ਉਹ ਤੇ ਪਹਿਲਾਂ ਹੀ ਮੈਚ ਹਾਰ ਗਿਆ। ਜਦੋਂ ਉਸ ਨੇ ਜ਼ਿਲ੍ਹੇ ਦਾ ਟੂਰਨਾਮੈਂਟ ਜਿੱਤਿਆ ਸੀ ਤਾਂ ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਸ ਦੇ ਅਧਿਆਪਕ ਖੁਸ਼ ਸਨ। ਉਸ ਦੇ ਮੰਮੀ ਪਾਪਾ ਸਭ ਦੀਆਂ ਵਧਾਈਆਂ ਮੁਸਕਰਾ ਕੇ ਕਬੂਲ ਰਹੇ ਸਨ, ਪਰ ਅੱਜ ਦੀ ਹਾਰ ਨੇ ਉਸ ਨੂੰ ਨਿਰਾਸ਼ ਕਰ ਦਿੱਤਾ। ਨਿਰਾਸ਼ ਦਾ ਮਤਲਬ ਉਦਾਸ ਹੋ ਜਾਣਾ। ਇਸ ਪੈਰੇ ਵਿੱਚ ਕਹਾਣੀਕਾਰ ਇਹ ਦੱਸ ਰਿਹਾ ਹੈ ਕਿ ਇੱਕ ਅਰਵਿੰਦ ਨਾਂ ਦਾ ਬੱਚਾ ਹੈ ਜੋ ਕਿ ਉਦਾਸ ਹੈ। ਉਸ ਦੇ ਉਦਾਸੀ ਦਾ ਕਾਰਨ ਇਹ ਹੈ ਕਿ ਉਹ ਟੂਰਨਾਮੈਂਟ ਜੋ ਕਿ ਬੈਡਮਿੰਟਨ ਦਾ ਹੁੰਦਾ ਹੈ ਹਾਰ ਜਾਂਦਾ ਹੈ। ਪਹਿਲਾਂ ਉਸ ਨੇ ਜ਼ਿਲ੍ਹਾ ਪੱਧਰ 'ਤੇ ਟੂਰਨਾਮੈਂਟ ਜਿੱਤਿਆ ਸੀ, ਜਿਸ ਕਰਕੇ ਉਸ ਨੂੰ ਪੂਰੀ ਉਮੀਦ ਸੀ ਕਿ ਉਹ ਸਟੇਟ ਪੱਧਰ ਦਾ ਬੈਡਮਿੰਟਨ ਦਾ ਟੂਰਨਾਮੈਂਟ ਜ਼ਰੂਰ ਜਿੱਤੇਗਾ। ਉਹ ਮੂੰਹ ਲਟਕਾਈ ਘਰ ਆ ਗਿਆ। ਉਸ ਦੇ ਸਹਿਪਾਠੀਆਂ ਨੇ ਉਸ ਨੂੰ ਬੜਾ ਹੌਸਲਾ ਦਿੱਤਾ, ਪਰ ਹਾਰ ਦਾ ਗਮ ਉਸ ਦੇ ਦਿਲ ਅੰਦਰ ਘਰ ਕਰ ਗਿਆ। ਘਰ ਆ ਕੇ ਉਸ ਨੇ ਰੋਟੀ ਤੱਕ ਨਾ ਖਾਧੀ। ਉਸ ਦੀ ਮੰਮੀ ਨੇ ਉਸ ਨੂੰ ਬੜਾ ਸਮਝਾਇਆ, ਪਰ ਬੇਕਾਰ। ਉਹ ਚੁੱਪਚਾਪ ਆਪਣੇ ਕਮਰੇ ਵਿੱਚ ਬੈਠਾ ਰਿਹਾ। ਮੂੰਹ ਲਟਕਾਈ, ਉਦਾਸ ਹੋਣਾ। ਸਹਿਪਾਠੀ ਦਾ ਅਰਥ ਹੁੰਦਾ ਹੈ ਆਪਣੇ ਨਾਲ ਵਾਲੇ ਬੱਚੇ ਜੋ ਪੜ੍ਹ ਰਹੇ ਹਨ, ਆਪਣੇ ਦੋਸਤ ਸਹਿਪਾਠੀ ਹੁੰਦੇ ਹਨ। ਗਮ, ਦੁੱਖ। ਘਰ ਕਰ ਗਿਆ ਜਾਣੀ ਕਿ ਉਹਦੇ ਦਿਲ ਵਿੱਚ ਬੈਠ ਗਿਆ ਸੀਗਾ। ਬੇਕਾਰ, ਫਜ਼ੂਲ। ਇਸ ਪੈਰੇ ਵਿੱਚ ਕਹਾਣੀਕਾਰ ਇਹ ਦੱਸ ਰਿਹਾ ਹੈ ਕਿ ਅਰਵਿੰਦ ਘਰ ਆ ਜਾਂਦਾ ਹੈ ਪਰ ਉਦਾਸ ਹੁੰਦਾ ਹੈ। ਉਸਦੇ ਮਿੱਤਰ ਵੀ ਉਸ ਨੂੰ, ਉਸਦੇ ਦੋਸਤ ਵੀ ਉਸ ਨੂੰ ਬਹੁਤ ਹੌਸਲਾ ਦਿੰਦੇ ਹਨ, ਪਰ ਉਸ ਦੇ ਕੋਈ ਅਸਰ ਨਹੀਂ ਹੁੰਦਾ। ਜਦੋਂ ਉਹ ਘਰ ਆਉਂਦਾ ਹੈ ਤਾਂ ਉਹ ਰੋਟੀ ਤੱਕ ਨਹੀਂ ਖਾਂਦਾ ਅਤੇ ਆਪਣੇ ਘਰ ਕਮਰੇ ਵਿੱਚ ਚਲਾ ਜਾਂਦਾ ਹੈ। ਸ਼ਾਮ ਨੂੰ ਉਸ ਦੇ ਪਾਪਾ ਦਫ਼ਤਰ ਤੋਂ ਆ ਗਏ। ਅਰਵਿੰਦ ਦੀ ਹਾਰ ਬਾਰੇ ਉਸ ਦੀ ਮੰਮੀ ਨੇ ਆਪਣੇ ਪਤੀ ਨੂੰ ਟੈਲੀਫੋਨ ਰਾਹੀਂ ਦੱਸ ਦਿੱਤਾ ਸੀ, ਪਰ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਅਰਵਿੰਦ ਹਾਰ ਕਾਰਨ ਇੰਨਾ ਉਦਾਸ ਹੋ ਜਾਵੇਗਾ। ਅਰਵਿੰਦ ਦੇ ਪਾਪਾ ਉਸ ਦੇ ਕਮਰੇ ਵਿੱਚ ਗਏ ਅਤੇ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣਦੇ ਹੋਏ ਬੋਲੇ, "ਕਿੱਦਾਂ ਰਿਹਾ ਮੇਰੇ ਸ਼ੇਰ ਪੁੱਤਰ ਦਾ ਮੈਚ?" ਅਰਵਿੰਦ ਨੇ ਸਿਰ ਉੱਚਾ ਨਾ ਕੀਤਾ ਅਤੇ ਚੁੱਪ ਰਿਹਾ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਅਰਵਿੰਦ ਦੇ ਪਾਪਾ ਦਫ਼ਤਰ ਤੋਂ ਆਉਂਦੇ ਹਨ, ਜਦ ਕਿ ਉਹਦੀ ਮੰਮੀ ਨੇ ਟੈਲੀਫੋਨ ਰਾਹੀਂ ਉਸਦੇ ਪਾਪਾ ਨੂੰ ਸਭ ਕੁਝ ਦੱਸ ਦਿੱਤਾ ਸੀ, ਪਰ ਫਿਰ ਵੀ ਉਸਦੇ ਪਾਪਾ ਉਸਦੇ ਕਮਰੇ ਵਿੱਚ ਜਾ ਕੇ, ਅਰਵਿੰਦ ਦੇ ਕਮਰੇ ਵਿੱਚ ਜਾ ਕੇ ਉਸਦੇ ਮੈਚ ਬਾਰੇ ਪੁੱਛਦੇ ਹਨ, ਪਰ ਅਰਵਿੰਦ ਚੁੱਪ ਰਹਿੰਦਾ ਹੈ। "ਮੈਨੂੰ ਸਭ ਪਤਾ ਕਮਲਿਆ, ਹਾਰ ਜਿੱਤ ਤਾਂ ਜੀਵਨ ਦਾ ਹਿੱਸਾ ਹੈ। ਇਹ ਹਾਰਾਂ ਹੀ ਮਨੁੱਖ ਦੀਆਂ ਜਿੱਤਾਂ ਦਾ ਮੁੱਢ ਬਣਦੀਆਂ ਹਨ। ਦੁਨੀਆ ਦਾ ਕੋਈ ਇਨਸਾਨ ਨਹੀਂ ਜੋ ਕਦੀ ਹਾਰਿਆ ਨਾ ਹੋਵੇ।
ਜਿੰਨੇ ਵੱਡੇ ਲੋਕ ਹੋਏ ਹਨ ਉਹ ਕਦੀ ਨਾ ਕਦੀ ਆਪਣੇ ਜੀਵਨ ਵਿੱਚ ਜ਼ਰੂਰ ਹਾਰੇ ਹਨ। ਤੂੰ ਵੀ ਉਹਨਾਂ ਵਰਗਾ ਹੀ ਹੈ। ਅਰਵਿੰਦ ਦੇ ਪਾਪਾ ਬੋਲਦੇ ਗਏ ਪਰ ਉਹ ਚੁੱਪ ਬੈਠਾ ਸੀ। ਇੰਨੀ ਦੇਰ ਨੂੰ ਅਰਵਿੰਦ ਦੀ ਮੰਮੀ 2 ਕੱਪ ਦੁੱਧ ਤੇ ਬਿਸਕੁਟ ਲੈ ਆਈ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਅਰਵਿੰਦ ਦੇ ਪਾਪਾ ਉਸ ਨੂੰ ਉਸਦੀਆਂ ਹਾਰ ਦੇ ਕਾਰਨ ਉਸ ਨੂੰ ਦੱਸਦੇ ਹਨ ਕਿ ਹਰ ਇੱਕ ਮਹਾਨ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਾ ਕਦੀ ਹਾਰਦਾ ਜ਼ਰੂਰ ਹੀ ਹੈ, ਤਾਂ ਉਸ ਦੀ ਹਾਰ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜਦੋਂ ਉਸਦੇ ਪਾਪਾ ਸਮਝਾਉਂਦੇ ਹਨ ਤਾਂ ਉਸਦੀ ਮੰਮੀ ਕਮਰੇ ਵਿੱਚ ਆ ਜਾਂਦੀ ਹੈ। ਦੇਖੋ ਜੀ, ਮੈਂ ਇਸ ਨੂੰ ਬਹੁਤ ਸਮਝਾਇਆ ਕਿ ਕੋਈ ਗੱਲ ਨਹੀਂ, ਤੂੰ ਹੋਰ ਮਿਹਨਤ ਕਰ, ਅਗਲੀ ਵਾਰ ਜਿੱਤ ਜਾਏਗਾ। ਪਰ ਇਸ ਉੱਤੇ ਕੋਈ ਅਸਰ ਨਹੀਂ ਹੁੰਦਾ। ਉਸ ਦੀ ਮੰਮੀ ਦੁੱਧ ਰੱਖ ਕੇ ਚਲੀ ਗਈ। ਇਸ ਪੈਰੇ ਵਿੱਚ ਕਹਾਣੀਕਾਰ ਇਹ ਦੱਸਦਾ ਹੈ ਕਿ ਜਦੋਂ ਉਸ ਦੀ ਮੰਮੀ ਅਰਵਿੰਦ ਦੀ ਮੰਮੀ ਕਮਰੇ ਵਿੱਚ ਆਉਂਦੀ ਹੈ ਤਾਂ ਦੱਸਦੀ ਹੈ ਕਿ ਉਹ ਅਗਲੀ ਵਾਰ ਹੋਰ ਮਿਹਨਤ ਕਰਕੇ ਜ਼ਰੂਰ ਜਿੱਤੇਗਾ, ਪਰ ਅਰਵਿੰਦ 'ਤੇ ਕੋਈ ਅਸਰ ਨਹੀਂ ਹੁੰਦਾ ਹੈ। ਅੱਜ ਮੈਂ ਆਪਣੇ ਪੁੱਤਰ ਨੂੰ ਇੱਕ ਕਹਾਣੀ ਸੁਣਾਉਂਦਾ ਹਾਂ। ਇਹ ਕਹਾਣੀ ਪ੍ਰਸਿੱਧ ਰਾਜਾ ਬਰੂਸ ਬਾਰੇ ਹੈ। ਤੂੰ ਇਹ ਕਹਾਣੀ ਧਿਆਨ ਲਾ ਕੇ ਸੁਣ, ਫਿਰ ਤੂੰ ਆਪੇ ਸਮਝ ਜਾਵੇਂਗਾ ਕਿ ਜੀਵਨ ਵਿੱਚ ਹਾਰ ਕੇ ਦਿਲ ਨਹੀਂ ਢਾਣਾ ਚਾਹੀਦਾ, ਸਗੋਂ ਹੋਰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਪਤਾ ਲੱਗੇਗਾ ਕਿ ਆਖਰ ਜਿੱਤ ਕਿਸ ਦੀ ਹੁੰਦੀ ਹੈ ਤੇ ਕਿਉਂ ਹੁੰਦੀ ਹੈ। ਪਾਪਾ ਨੇ ਪਲੇਟ ਵਿੱਚੋਂ ਬਿਸਕੁਟ ਚੱਕ ਕੇ ਖਾਣਾ ਸ਼ੁਰੂ ਕਰ ਦਿੱਤਾ। ਬੇਟਾ ਅਰਵਿੰਦ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਅੰਗਰੇਜ਼ੀ ਵਿੱਚ ਇੱਕ ਕਹਾਣੀ ਹੁੰਦੀ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ। ਅੱਜ ਮੈਂ ਤੈਨੂੰ ਉਹ ਕਹਾਣੀ ਸੁਣਾਉਂਦਾ ਹਾਂ। ਅਰਵਿੰਦ ਨੇ ਸਿਰ ਚੁੱਕ ਕੇ ਪਾਪਾ ਵੱਲ ਵੇਖਿਆ, ਪਰ ਉਸ ਨੇ ਕੋਈ ਹੁੰਗਾਰਾ ਨਾ ਭਰਿਆ। ਹਾਂ, ਉਸ ਦਾ ਧਿਆਨ ਜ਼ਰੂਰ ਆਪਣੇ ਪਾਪਾ ਦੀਆਂ ਗੱਲਾਂ ਵੱਲ ਸੀ। ਉਸ ਨੂੰ ਨਮੋਸ਼ੀ ਇਸ ਗੱਲ ਦੀ ਸੀ ਕਿ ਉਸ ਨੇ ਆਪਣੇ ਪਾਪਾ ਨਾਲ ਮੈਚ ਜਿੱਤਣ ਦਾ ਵਾਅਦਾ ਕੀਤਾ ਸੀ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਅਰਵਿੰਦ ਦੇ ਪਾਪਾ ਉਸ ਨੂੰ ਇੱਕ ਕਹਾਣੀ ਸੁਣਾਉਣਾ ਸ਼ੁਰੂ ਕਰਦੇ ਹਨ, ਜਿਸ ਨਾਲ ਉਸ ਦਾ ਹੌਸਲਾ ਵੱਧ ਸਕੇ। ਤੇ ਉਹ ਕਹਾਣੀ ਅੰਗਰੇਜ਼ੀ ਦੀ ਇੱਕ ਕਹਾਣੀ ਹੁੰਦੀ ਹੈ, ਕਿੰਗ ਬਰੂਸ ਐਂਡ ਦਾ ਸਪਾਈਡਰ ਦੀ, ਜਿਸ ਨਾਲ ਉਸ ਦੇ ਵਿੱਚ ਜਿੱਤਣ ਦੀ ਇੱਕ ਨਵੀਂ ਉਮੰਗ ਪੈਦਾ ਹੋ ਸਕੇ। ਅਰਵਿੰਦ ਇਸ ਗੱਲ ਤੋਂ ਵੀ ਦੁੱਖ ਸੀ ਕਿਉਂਕਿ ਉਸ ਨੇ ਆਪਣੇ ਪਾਪਾ ਨੂੰ ਵਾਅਦਾ ਕੀਤਾ ਹੋਇਆ ਸੀ ਕਿ ਉਹ ਮੈਚ ਜ਼ਰੂਰ ਜਿੱਤੇਗਾ। ਬੇਟਾ ਜੀ, ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਰਾਜਾ ਹੁੰਦਾ ਸੀ ਜਿਸ ਦਾ ਨਾਂ ਸੀ ਬਰੂਸ। ਉਹ ਆਪਣਾ ਰਾਜ ਬਹੁਤ ਚੰਗੀ ਤਰ੍ਹਾਂ ਚਲਾ ਰਿਹਾ ਸੀ। ਇੱਕ ਦਿਨ ਅਚਾਨਕ ਹੀ ਉਸ ਦੇ ਸੂਹੀਆਂ ਨੇ ਖਬਰ ਦਿੱਤੀ ਕਿ ਗਵਾਂਢੀ ਰਾਜੇ ਨੇ ਉਸ ਦੇ ਰਾਜ ਉੱਤੇ ਹਮਲਾ ਕਰ ਦਿੱਤਾ ਹੈ। ਰਾਜਾ ਬਰੂਸ ਖਬਰਦਾਰ ਹੋ ਗਿਆ ਤੇ ਉਸ ਨੇ ਆਪਣੀ ਫੌਜ ਨੂੰ ਮੁਕਾਬਲਾ ਕਰਨ ਲਈ ਕਿਹਾ। ਉਸ ਦੇ ਸੈਨਿਕ ਬੜੀ ਬਹਾਦਰੀ ਨਾਲ ਲੜੇ, ਪਰ ਅੰਤ ਹਾਰ ਗਏ ਕਿਉਂਕਿ ਉਹ ਅਚਾਨਕ ਹੋਏ ਹਮਲੇ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ। ਰਾਜਾ ਬਰੂਸ ਨੂੰ ਆਪਣੀ ਰਾਜਧਾਨੀ ਛੱਡ ਕੇ ਭੱਜਣਾ ਪਿਆ। ਉਸ ਦੇ ਬਹੁਤ ਸਾਰੇ ਸੈਨਿਕ ਉਸ ਦੇ ਨਾਲ ਹੀ ਚੱਲ ਪਏ। ਉਸ ਨੇ ਆਪਣੇ ਹਾਰੇ ਹੋਏ ਸੈਨਿਕਾਂ ਨੂੰ ਇਕੱਠੇ ਕੀਤਾ। ਉਸ ਨੇ ਗੁਆਂਢੀ ਰਾਜੇ ਤੋਂ ਆਪਣਾ ਰਾਜ ਵਾਪਸ ਲੈਣ ਲਈ ਹਮਲਾ ਕਰ ਦਿੱਤਾ, ਪਰ ਉਹ ਹਾਰ ਗਿਆ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਅਰਵਿੰਦ ਦੇ ਪਾਪਾ ਕਹਾਣੀ ਦੀ ਸ਼ੁਰੂਆਤ ਕਰਦੇ ਹਨ ਤੇ ਜਿਸ ਦੇ ਵਿੱਚ ਇੱਕ ਰਾਜਾ ਬਰੂਸ ਹੁੰਦਾ ਹੈ ਜੋ ਕਿ ਆਪਦਾ ਰਾਜ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੁੰਦਾ ਹੈ, ਪਰ ਅਚਾਨਕ ਉਸ ਦੇ ਸੂਈਆਂ ਦਾ ਮਤਲਬ ਹੁੰਦਾ ਹੈ ਜੋ ਖਬਰ ਦਿੰਦੇ ਹਨ ਕਿ ਆਲੇ ਦੁਆਲੇ ਰਾਜ ਵਿੱਚ ਕੀ ਹੁੰਦਾ ਹੈ। ਤਾਂ ਉਸ ਦੇ ਸੂਈਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਗੁਆਂਢੀ ਰਾਜ ਵਿੱਚ ਕੋਈ ਰਾਜਾ ਉਸ 'ਤੇ ਹਮਲਾ ਕਰ ਦੇਵੇਗਾ। ਉਸ ਦੇ ਸੈਨਿਕ ਤਾਂ ਬਹੁਤ ਵਧੀਆ ਲੜੇ, ਪਰ ਅੰਤ ਵਿੱਚ ਹਾਰ ਗਏ।
ਬਹਾਦਰੀ ਦੇ ਨਾਲ ਤਾਂ ਸੈਨਿਕ ਬਹੁਤ ਲੜੇ ਸੀਗੇ ਪਰ ਹਾਰ ਗਏ। ਪਰ ਕਿਉਂਕਿ ਇਹ ਹਾਰੇ ਇਸ ਕਰਕੇ ਕਿਉਂਕਿ ਇੱਕ ਅਚਾਨਕ ਹਮਲਾ ਹੋ ਗਿਆ ਸੀ। ਅੱਗੇ ਪੜ੍ਹਦੇ ਹਾਂ ਬੱਚੇ ਆਪਾਂ। ਵਿਰੋਧੀ ਰਾਜੇ ਦੀਆਂ ਫੌਜਾਂ ਨੇ ਉਸ ਦਾ ਪਿੱਛਾ ਕੀਤਾ। ਉਹ ਆਪਣੀ ਜਾਨ ਬਚਾਉਣ ਲਈ ਪਹਾੜਾਂ ਦੀ ਇੱਕ ਗੁਫਾ ਵਿੱਚ ਲੁਕ ਗਿਆ। ਰਾਜਾ ਬਰੂਸ ਨਿਰਾਸ਼ ਹੋਇਆ ਉਸ ਗੁਫਾ ਵਿੱਚ ਬੈਠਾ ਆਪਣੀ ਹਾਰ ਦੇ ਕਾਰਨਾਂ ਬਾਰੇ ਸੋਚ ਰਿਹਾ ਸੀ। ਅਚਾਨਕ ਉਸਦੀ ਨਜ਼ਰ ਦੀਵਾਰ 'ਤੇ ਜਾ ਰਹੀ ਇੱਕ ਮੱਕੜੀ ਉੱਤੇ ਪਈ ਜੋ ਉੱਪਰ ਚੜ੍ਹ ਰਹੀ ਸੀ। ਉਹ ਗੁਫਾ ਦੀ ਛੱਤ ਉੱਤੇ ਬਣੇ ਆਪਣੇ ਜਾਲੇ ਵੱਲ ਜਾਣਾ ਚਾਹੁੰਦੀ ਸੀ, ਪਰ ਜਿਵੇਂ ਹੀ ਉਹ ਆਪਣੇ ਜਾਲੇ ਕੋਲ ਪਹੁੰਚਦੀ ਅਚਾਨਕ ਹੇਠਾਂ ਡਿੱਗ ਪੈਂਦੀ। ਅਜਿਹਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਹੋਇਆ। ਮੱਕੜੀ ਹੌਲੀ ਹੌਲੀ ਉੱਪਰ ਚੜ੍ਹਦੀ ਪਰ ਜਾਲੇ ਦੇ ਨੇੜੇ ਪਹੁੰਚ ਕੇ ਉਹ ਹੇਠਾਂ ਡਿੱਗ ਪੈਂਦੀ। ਉਸ ਨੇ ਆਪਣੀ ਕੋਸ਼ਿਸ਼ ਨਾ ਛੱਡੀ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਉਸ ਦਾ ਰਾਜਾ ਬਰੂਸ ਦਾ ਰਾਜ ਦੇ ਲੋਕ ਜਦੋਂ ਹਾਰ ਜਾਂਦੇ ਹਨ ਤਾਂ ਫਿਰ ਉਹ ਗੁਆਂਢੀ ਦੇਸ਼ ਦੇ ਉੱਪਰ ਹਮਲਾ ਕਰਦੇ ਹਨ, ਪਰ ਉਸ ਦੇ ਵਿੱਚ ਵੀ ਰਾਜਾ ਬਰੂਸ ਦੀ ਹਾਰ ਹੋ ਜਾਂਦੀ ਹੈ ਅਤੇ ਉਹ ਜੰਗਲ ਦੇ ਵਿੱਚ ਇੱਕ ਗੁਫਾ ਵਿੱਚ ਜਾ ਕੇ ਲੁਕ ਜਾਂਦਾ ਹੈ ਅਤੇ ਉੱਥੇ ਗੁਫਾ ਦੇ ਵਿੱਚ ਬੈਠਾ ਉਹ ਆਪਣੇ ਹਾਰ ਦੇ ਕਾਰਨਾਂ ਬਾਰੇ ਸੋਚ ਹੀ ਰਿਹਾ ਹੁੰਦਾ ਹੈ ਕਿ ਉਸ ਦਾ ਧਿਆਨ ਇੱਕ ਮੱਕੜੀ ਦੇ ਉੱਪਰ ਜਾਂਦਾ ਹੈ ਜੋ ਕਿ ਆਪਣੇ ਜਾਲੇ ਦੀ ਤਰਫ ਜਾਣਾ ਚਾਹੁੰਦੀ ਹੈ ਪਰ ਬਾਰ-ਬਾਰ ਡਿੱਗਦੀ ਹੈ। ਪਰ ਉਹ ਜਿੰਨੀ ਵਾਰ ਵੀ ਡਿੱਗਦੀ ਹੈ ਉਹ ਓਨੀ ਹੀ ਵਾਰ ਅੱਗੇ ਜਾਣ ਦੀ ਕੋਸ਼ਿਸ਼ ਕਰਦੀ ਹੈ। ਰਾਜਾ ਬਰੂਸ ਉਹ ਸਭ ਬੜੇ ਧਿਆਨ ਨਾਲ ਦੇਖ ਰਿਹਾ ਸੀ। ਉਸਨੇ ਦੇਖਿਆ ਆਖਰਕਾਰ ਮੱਕੜੀ ਆਪਣੇ ਜਾਲੇ ਤੱਕ ਪਹੁੰਚਣ ਵਿੱਚ ਸਫਲ ਹੋ ਗਈ। ਇਸ ਘਟਨਾ ਤੋਂ ਰਾਜੇ ਨੂੰ ਇੱਕ ਸਬਕ ਮਿਲਿਆ। ਮੱਕੜੀ ਦੀ ਸਫਲਤਾ ਨੇ ਉਸ ਦੀਆਂ ਅੱਖਾਂ ਵਿੱਚ ਚਮਕ ਲੈ ਆਂਦੀ। ਉਸ ਦਾ ਚਿਹਰਾ ਖਿੜ ਗਿਆ। ਉਹ ਸੋਚਣ ਲੱਗਾ, ਜੇ ਇੱਕ ਜੰਤੂ ਵਿੱਚ ਇੰਨੀ ਹਿੰਮਤ ਹੈ ਤਾਂ ਮੈਂ ਇਹ ਸਭ ਕਿਉਂ ਨਹੀਂ ਕਰ ਸਕਦਾ। ਮੈਂ ਇੱਕ ਇਨਸਾਨ ਹਾਂ, ਮੇਰੇ ਕੋਲ ਅਕਲ ਤੇ ਹਿੰਮਤ ਹੈ। ਮੇਰੇ ਕੋਲ ਮੇਰੇ ਵਫ਼ਾਦਾਰ ਸਿਪਾਹੀ ਹਨ। ਮੈਂ ਵੀ ਕੋਸ਼ਿਸ਼ ਕਰਾਂਗਾ ਅਤੇ ਆਪਣਾ ਰਾਜ ਵਾਪਸ ਲੈ ਕੇ ਹੀ ਰਹਾਂਗਾ। ਅਗਲੀ ਸਵੇਰ ਉਹ ਗੁਫਾ ਵਿੱਚੋਂ ਨਿਕਲਿਆ। ਉਸ ਅੰਦਰ ਨਵਾਂ ਜੋਸ਼ ਸੀ। ਉਸ ਨੇ ਆਪਣੇ ਸੈਨਿਕਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਆਪਣਾ ਰਾਜ ਵਾਪਸ ਲੈਣ ਲਈ ਪ੍ਰੇਰਿਆ। ਉਸ ਦੇ ਸੈਨਿਕਾਂ ਵਿੱਚ ਨਵਾਂ ਜੋਸ਼ ਤੇ ਨਵੀਂ ਹਿੰਮਤ ਆ ਗਈ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਅਰਵਿੰਦ ਦੇ ਪਾਪਾ ਅਰਵਿੰਦ ਨੂੰ ਕਹਾਣੀ ਸੁਣਾ ਰਹੇ ਹੁੰਦੇ ਹਨ ਤਾਂ ਜਦੋਂ ਮੱਕੜੀ ਵਾਰ-ਵਾਰ ਥੱਲੇ ਗਿਰ ਕੇ ਆਪਣੇ ਜਾਲੇ ਤੱਕ ਪਹੁੰਚ ਜਾਂਦੀ ਹੈ ਤਾਂ ਰਾਜਾ ਬਰੂਸ ਸੋਚਦਾ ਹੈ ਕਿ ਇੱਕ ਜੰਤੂ ਜਦ ਆਪਣੀ ਹਿੰਮਤ ਕਰਕੇ ਵਾਰ-ਵਾਰ ਆਪਣੀ ਸਫਲਤਾ ਪ੍ਰਾਪਤ ਕਰ ਸਕਦਾ ਹੈ ਤਾਂ ਇੱਕ ਮੈਂ ਇਨਸਾਨ ਹੋ ਕੇ ਤਾਂ ਹਿੰਮਤ ਕਰਕੇ ਤਾਂ ਮੈਂ ਸਫਲ ਕਿਉਂ ਨਹੀਂ ਹੋ ਸਕਾਂਗਾ। ਤਾਂ ਉਹ ਅਗਲੀ ਸਵੇਰ ਗੁਫਾ ਵਿੱਚੋਂ ਨਿਕਲਦਾ ਹੈ ਅਤੇ ਆਪਣੇ ਸੈਨਿਕਾਂ ਨੂੰ ਉਤਸ਼ਾਹ ਦਿੰਦਾ ਹੈ ਕਿ ਉਹ ਜਿੱਤਣਗੇ। ਲੜਾਈ ਸ਼ੁਰੂ ਹੋਈ। ਇਸ ਵਾਰ ਰਾਜਾ ਬਰੂਸ ਨੇ ਪੂਰੀ ਤਿਆਰੀ ਤੇ ਜੋਸ਼ ਨਾਲ ਵਿਰੋਧੀ ਰਾਜਾ 'ਤੇ ਹਮਲਾ ਕਰ ਦਿੱਤਾ। ਇਸ ਅਚਾਨਕ ਹਮਲੇ ਲਈ ਵਿਰੋਧੀ ਰਾਜਾ ਤਿਆਰ ਨਹੀਂ ਸੀ। ਬੜੀ ਘਸਮਾਨ ਦੀ ਲੜਾਈ ਹੋਈ। ਦੋਹਾਂ ਪਾਸਿਓਂ ਦੇ ਅਣਗਿਣਤ ਸੈਨਿਕ ਮਾਰੇ ਗਏ। ਵਿਰੋਧੀ ਰਾਜਾ ਘਬਰਾ ਕੇ ਆਪਣੇ ਪੁਰਾਣੇ ਰਾਜ ਵਿੱਚ ਭੱਜ ਗਿਆ। ਉਸ ਦਾ ਸੈਨਾਪਤੀ ਮਾਰਿਆ ਗਿਆ। ਸੈਨਿਕ ਆਪਣੇ ਸੈਨਾਪਤੀ ਦੀ ਮੌਤ ਹੋ ਜਾਣ ਨਾਲ ਘਬਰਾ ਗਏ ਤੇ ਭੱਜ ਨਿਕਲੇ। ਇਸ ਵਾਰ ਰਾਜਾ ਬਰੂਸ ਜਿੱਤ ਗਿਆ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਜਦੋਂ ਰਾਜਾ ਬਰੂਸ ਦੇ ਵਿੱਚ ਹਿੰਮਤ ਹੋਈ ਤਾਂ ਪੂਰੇ ਜੋਸ਼ ਦੇ ਨਾਲ ਉਸ ਨੇ ਆਪਣੇ ਰਾਜ ਦੇ ਉੱਪਰ ਜੋ ਕਿ ਦੂਸਰੇ ਰਾਜੇ ਨੇ ਦੱਬ ਲਿਆ ਸੀ ਉਸ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ। ਤਾਂ ਉਸ ਰਾਜੇ ਕੋਲੋਂ ਅਚਾਨਕ ਹੋਏ ਹਮਲਾ ਨਹੀਂ ਸਾਂਭਿਆ ਗਿਆ ਅਤੇ ਉਸ ਦਾ ਸੈਨਾਪਤੀ ਵੀ ਮਾਰਿਆ ਗਿਆ। ਤਾਂ ਉਸਦੇ ਸੈਨਾਪਤੀ ਦੇ ਮਾਰੇ ਜਾਣ ਕਰਕੇ ਸਾਰੇ ਸੈਨਿਕ ਭੱਜ ਗਏ ਅਤੇ ਰਾਜਾ ਵੀ ਆਪਣੇ ਪੁਰਾਣੇ ਰਾਜ ਵਿੱਚ ਵਾਪਸ ਚਲਾ ਗਿਆ ਅਤੇ ਰਾਜਾ ਬਰੂਸ ਦੀ ਜਿੱਤ ਹੋ ਗਈ। ਕਿਉਂ ਆਈ ਸਮਝ? ਅਰਵਿੰਦ ਦੇ ਪਾਪਾ ਨੇ ਉਸ ਨੂੰ ਪੁੱਛਿਆ। ਚੱਲ ਉੱਠ ਤੇ ਆਪਣੀ ਪ੍ਰੈਕਟਿਸ ਸ਼ੁਰੂ ਕਰ, ਸਫਲਤਾ ਜ਼ਰੂਰ ਤੇਰੇ ਪੈਰ ਚੁੰਮੇਗੀ। ਪਰ ਪਾਪਾ, ਅਰਵਿੰਦ ਨੇ ਚੁੱਪ ਤੋੜੀ।
ਪਰ ਪੁਰ ਕੁਝ ਨਹੀਂ ਬੇਟਾ, ਤੈਨੂੰ ਸਮਝਾਇਆ ਨਾ ਕਿ ਸਫਲਤਾ ਤੇ ਅਸਫਲਤਾ ਜ਼ਿੰਦਗੀ ਦਾ ਹਿੱਸਾ ਹਨ। ਹਾਂ, ਹਿੰਮਤ ਕਰਨ ਨਾਲ ਇਨਸਾਨ ਸਭ ਕੁਝ ਹਾਸਲ ਕਰ ਸਕਦਾ ਹੈ। ਜੇਕਰ ਜਿੱਤ ਸਾਨੂੰ ਜੋਸ਼ ਤੇ ਉਤਸ਼ਾਹ ਦਿੰਦੀ ਹੈ ਤਾਂ ਹਾਰ ਸਾਡੇ ਲਈ ਨਵਾਂ ਸਬਕ ਲੈ ਕੇ ਆਉਂਦੀ ਹੈ। ਭਾਰਤ ਦੇ ਪਤਾ ਨਹੀਂ ਕਿੰਨੀਆਂ ਹਾਰਾਂ ਤੋਂ ਬਾਅਦ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਸੀ। ਇੱਕ ਵਾਰ ਕਪਿਲ ਦੇਵ ਦੀ ਕਪਤਾਨੀ ਵਿੱਚ ਤੇ ਦੂਜੀ ਵਾਰ MS ਧੋਨੀ ਦੀ ਕਪਤਾਨੀ ਹੇਠ। ਇਸੇ ਤਰ੍ਹਾਂ ਹੋਰ ਵੀ ਕਈ ਉਦਾਹਰਨਾਂ ਹਨ ਜਿੱਥੇ ਇਨਸਾਨ ਨੇ ਉਹ ਕੰਮ ਕਰ ਦਿਖਾਇਆ ਜਿਨ੍ਹਾਂ ਬਾਰੇ ਕਦੀ ਸੋਚਿਆ ਵੀ ਨਹੀਂ ਸੀ। ਅਰਵਿੰਦ ਦੇ ਪਾਪਾ ਨੇ ਉਸ ਵੱਲ ਦੇਖਿਆ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਅਰਵਿੰਦ ਦੇ ਪਾਪਾ ਉਸ ਨੂੰ ਸਮਝਾਉਂਦੇ ਹਨ ਕਿ ਸਫਲਤਾ ਤੇ ਅਸਫਲਤਾ ਤਾਂ ਜ਼ਿੰਦਗੀ ਦਾ ਹੀ ਹਿੱਸਾ ਹੁੰਦੀਆਂ ਹਨ, ਤਾਂ ਇਸ ਕਰਕੇ ਉਸ ਨੂੰ ਹਮੇਸ਼ਾ ਹੀ ਪ੍ਰੈਕਟਿਸ ਸ਼ੁਰੂ ਕਰ ਦੇਣੀ ਚਾਹੀਦੀ ਤਾਂ ਜੋ ਉਸ ਨੂੰ ਸਫਲਤਾ ਪ੍ਰਾਪਤ ਹੋ ਸਕੇ। ਅਰਵਿੰਦ ਦੇ ਪਾਪਾ ਉਸ ਨੂੰ ਇਹ ਵੀ ਸਮਝਾਉਂਦੇ ਹਨ ਕਿ ਭਾਰਤ ਵਿੱਚ ਬਹੁਤ ਹੀ ਅਜਿਹੀਆਂ ਉਦਾਹਰਨਾਂ ਹਨ ਜਿਸ ਦੇ ਨਾਲ ਹਾਰ ਤੋਂ ਬਾਅਦ ਜਿੱਤ ਪ੍ਰਾਪਤ ਹੋਈ ਹੈ। ਜਿਸ ਤਰ੍ਹਾਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਕਪਿਲ ਦੇਵ ਦੀ ਕਪਤਾਨੀ ਦੇ ਵਿੱਚ ਵਿਸ਼ਵ ਕੱਪ ਜਿੱਤਿਆ ਗਿਆ ਸੀ, ਤਾਂ ਉਸ ਤੋਂ ਬਾਅਦ MS ਧੋਨੀ ਦੀ ਕਪਤਾਨੀ ਹੇਠ ਦੂਜੀ ਵਾਰ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਗਿਆ ਸੀ। ਇਸੇ ਤਰ੍ਹਾਂ ਹੀ ਇਨਸਾਨ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਫਿਰ ਉਸ ਨੂੰ ਸਫਲਤਾ ਪ੍ਰਾਪਤ ਹੋਵੇਗੀ। ਬੇਟਾ, ਅੱਜ ਦੀ ਹਾਰ ਕਿਉਂ ਹੋਈ? ਉਹਨਾਂ ਕਾਰਨਾਂ ਨੂੰ ਜਾਣੋ, ਫਿਰ ਉਹਨਾਂ ਕਮੀਆਂ ਨੂੰ ਦੂਰ ਕਰੋ। ਅਭਿਆਸ ਕਰੋ, ਹੋਰ ਅਭਿਆਸ ਕਰੋ, ਫਿਰ ਦੇਖੋ ਕਿਵੇਂ ਜਿੱਤ ਮਿਲਦੀ ਹੈ। ਹਾਂ, ਤੇਰੀ ਇਸ ਹਾਰ ਦਾ ਤੇਰੇ ਅਧਿਆਪਕਾਂ ਤੇ ਕੋਚ ਨੂੰ ਵੀ ਦੁੱਖ ਹੋਇਆ ਹੋਵੇਗਾ। ਉਹ ਵੀ ਤੇਰੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਅਰਵਿੰਦ ਦੇ ਪਾਪਾ ਉਸ ਦੇ ਵਿੱਚ ਹੌਸਲਾ ਵਧਾਉਂਦੇ ਹਨ ਕਿ ਉਸ ਨੂੰ ਹਮੇਸ਼ਾ ਹੀ ਅਭਿਆਸ ਯਾਨੀ ਕਿ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਜਿੱਤ ਸਕੇ। ਅਤੇ ਉਸ ਦੇ ਅਧਿਆਪਕ ਅਤੇ ਉਸ ਦੇ ਕੋਚਾਂ ਇਸ ਗੱਲ ਨੂੰ ਵੀ ਦੁੱਖ ਹੋਇਆ ਹੋਵੇਗਾ ਅਤੇ ਉਸ ਨੂੰ ਵੀ ਆਪਣੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਸੱਚ, ਅਰਵਿੰਦ ਮੁਸਕਰਾ ਰਿਹਾ ਸੀ। ਬੇਟਾ, ਹਾਰ ਜਿੱਤ ਜ਼ਰੂਰੀ ਹਨ। ਅੱਜ ਦੀ ਹਾਰ ਤੁਹਾਨੂੰ ਕੱਲ੍ਹ ਦੀ ਜਿੱਤ ਲਈ ਤਿਆਰ ਕਰਦੀ ਹੈ। ਹਥਿਆਰ ਸੁੱਟ ਦੇਣ ਲਈ ਫੌਜਾਂ ਕਦੇ ਨਹੀਂ ਜਿੱਤਦੀਆਂ। ਵਧੀਆ ਖੇਡ ਖੇਡੋ, ਹੋਰ ਹੰਭਲੇ ਮਾਰੋ। ਚਲੋ ਹੁਣ ਜਰਾ ਦੁੱਧ ਦੇ ਕੁਝ ਘੁੱਟ ਭਰੋ ਤੇ ਨਵੀਂ ਯਾਤਰਾ ਸ਼ੁਰੂ ਕਰੋ। ਪਰ ਦੁੱਧ ਤਾਂ ਸਾਡੀਆਂ ਗੱਲਾਂ ਵਿੱਚ ਠੰਡਾ ਹੋ ਗਿਆ। ਬਸ ਹਾਰ ਨਾ ਮੰਨੋ, ਇਸ ਨੂੰ ਗਰਮ ਕਰੋ। ਅਰਵਿੰਦ ਹੱਸਦਾ ਹੋਇਆ ਰਸੋਈ ਵੱਲ ਚਲਾ ਗਿਆ। ਉਸ ਦੇ ਦਿਮਾਗ ਵਿੱਚ ਰਾਜਾ ਬਰੂਸ ਦੀ ਕਹਾਣੀ ਘੁੰਮ ਰਹੀ ਸੀ। ਉਹ ਸੋਚ ਕੇ ਅੰਦਰੋਂ ਅੰਦਰ ਉਤਸ਼ਾਹ ਨਾਲ ਭਰਦਾ ਜਾ ਰਿਹਾ ਸੀ। ਹੁਣ ਉਸ ਦੇ ਅੰਦਰ ਮੱਕੜੀ ਵਰਗੀ ਹਿੰਮਤ ਆ ਗਈ। ਅੱਜ ਉਸ ਨੂੰ ਨਵਾਂ ਸਬਕ ਮਿਲਿਆ ਸੀ ਜੋ ਉਸ ਦੀਆਂ ਹਾਰਾਂ ਨੂੰ ਜਿੱਤਾਂ ਵਿੱਚ ਬਦਲੇਗਾ। ਬਸ ਫਿਰ ਕੀ ਸੀ, ਉਹ ਆਪਣੇ ਅਭਿਆਸ ਵਿੱਚ ਜੁਟ ਗਿਆ। ਇਸ ਪੈਰੇ ਵਿੱਚ ਕਹਾਣੀਕਾਰ ਦੱਸਦਾ ਹੈ ਕਿ ਅਰਵਿੰਦ ਦੇ ਪਾਪਾ ਅਰਵਿੰਦ ਨੂੰ ਬਹੁਤ ਸਮਝਾਉਂਦੇ ਹਨ ਅਤੇ ਉਸ ਨੂੰ ਦੱਸਦੇ ਹਨ ਕਿ ਉਸ ਨੂੰ ਹਮੇਸ਼ਾ ਹੀ ਪ੍ਰੈਕਟਿਸ ਦੇ ਨਾਲ ਹੀ ਉਸ ਦੀਆਂ ਆਪਣੀਆਂ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਜਦੋਂ ਅਰਵਿੰਦ ਨੇ ਕਹਾਣੀ ਸੁਣੀ ਤਾਂ ਉਸ ਦੇ ਅੰਦਰ ਰਾਜਾ ਬਰੂਸ ਦੀ ਕਹਾਣੀ ਘੁੰਮ ਰਹੀ ਸੀ ਅਤੇ ਉਸ ਨੂੰ ਅੱਜ ਇੱਕ ਨਵਾਂ ਸਬਕ ਮਿਲਿਆ ਸੀ ਕਿ ਹਾਰ ਨੂੰ ਵੀ ਜਿੱਤ ਵਿੱਚ ਬਦਲ ਸਕਦੇ ਹਾਂ। ਫਿਰ ਉਸ ਤੋਂ ਬਾਅਦ ਅਰਵਿੰਦ ਆਪਣੇ ਅਭਿਆਸ ਵਿੱਚ ਜੁਟ ਜਾਂਦਾ ਹੈ ਅਤੇ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਹਿੰਮਤ ਹਾਰਨ ਵਾਲੇ ਕਦੀ ਅੱਗੇ ਨਹੀਂ ਵਧ ਸਕਦੇ। ਇਸ ਲਈ ਰਾਜਾ ਬਰੂਸ ਅਤੇ ਮੱਕੜੀ ਨਾਮਕ ਕਹਾਣੀ ਦੀ ਉਦਾਹਰਨ ਵੀ ਦਿੱਤੀ ਗਈ ਹੈ। ਹਮੇਸ਼ਾ ਮਿਹਨਤ ਕਰਦੇ ਰਹਿਣ ਨਾਲ ਹੀ ਸਫਲਤਾ ਹਾਸਲ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਵੀ ਹਮੇਸ਼ਾ ਹੀ ਮਿਹਨਤ ਕਰਨੀ ਚਾਹੀਦੀ ਹੈ। ਹੁਣ ਬੱਚਿਓ, ਤੁਸੀਂ ਇਹ ਚੈਪਟਰ ਦੁਬਾਰਾ ਘਰ ਪੜ੍ਹੋਗੇ ਅਤੇ ਅੱਗੇ ਹੁਣ ਅਸੀਂ ਸਹੀ ਉੱਤਰ ਚੁਣ ਕੇ ਟਿਕ ਦਾ ਨਿਸ਼ਾਨ ਲਗਾਉਣ ਵਾਲਾ ਕੁਐਸਚਨ ਕਰਾਂਗੇ। ਪਹਿਲਾ, ਅਰਵਿੰਦ ਉਦਾਸ ਕਿਉਂ ਸੀ?
ਹਾਰ ਕਰਕੇ, ਜਿੱਤਣ ਕਰਕੇ, ਮੈਚ ਨਾ ਖੇਡਣ ਕਰਕੇ, ਗੈਰ ਹਾਜ਼ਰ ਰਹਿਣ ਕਰਕੇ। ਹਾਰ ਕਰਕੇ, ਉਹ ਹਾਰ ਕਰਕੇ ਹੀ ਉਦਾਸ ਸੀ, ਕਿਉਂਕਿ ਉਹ ਜ਼ਿਲ੍ਹੇ ਪੱਧਰ 'ਤੇ ਤਾਂ ਜਿੱਤ ਗਿਆ ਸੀਗਾ। ਉਸ ਨੂੰ ਜਦੋਂ ਸਟੇਟ ਲੈਵਲ 'ਤੇ ਆਇਆ ਸੀਗਾ ਤਾਂ ਉਸ ਨੂੰ ਪੂਰੀ ਉਮੀਦ ਸੀਗੀ ਵੀ ਉਹ ਜਿੱਤੇਗਾ ਹੀ ਜਿੱਤੇਗਾ, ਪਰ ਉਹ ਹਾਰ ਕਰਕੇ ਉਦਾਸ ਹੋ ਜਾਂਦਾ ਹੈ। ਅਰਵਿੰਦ ਦੀ ਹਾਰ ਬਾਰੇ ਮੰਮੀ ਨੇ ਉਸ ਦੇ ਪਾਪਾ ਨੂੰ ਕਿਸ ਰਾਹੀਂ ਦੱਸਿਆ ਸੀ? ਟੈਲੀਫੋਨ ਰਾਹੀਂ, ਗੁਆਂਢੀ ਰਾਹੀਂ, ਆਪ ਜਾ ਕੇ, ਨੌਕਰ ਹੱਥ ਸੁਨੇਹਾ ਭੇਜ ਕੇ? ਟੈਲੀਫੋਨ ਰਾਹੀਂ। ਪਾਪਾ ਨੇ ਆਪਣੇ ਪੁੱਤਰ ਨੂੰ ਕਿਹੜੀ ਕਹਾਣੀ ਸੁਣਾਈ? ਲੱਕੜਹਾਰੇ ਦੀ, ਰਿਸ਼ਤੇ ਖਰਗੋਸ਼ ਦੀ, ਤਿੰਨ ਮਿੱਤਰ, ਰਾਜਾ ਬਰੂਸ ਐਂਡ ਦਾ ਸਪਾਈਡਰ। ਰਾਜਾ ਬਰੂਸ ਐਂਡ ਸਪਾਈਡਰ ਦੀ ਕਹਾਣੀ ਸੁਣਾਈ ਸੀ। ਰਾਜਾ ਬਰੂਸ ਕਿੱਥੇ ਜਾ ਕੇ ਲੁਕ ਗਿਆ? ਪਹਾੜਾਂ ਵਿੱਚ, ਘਰ ਵਿੱਚ, ਗੁਫਾ ਵਿੱਚ, ਗੁਆਂਢੀ ਰਾਜੇ ਦੇ ਘਰ, ਗੁਫਾ ਵਿੱਚ। ਆਖਰ ਮੱਕੜੀ ਕਿੱਥੇ ਪਹੁੰਚ ਗਈ? ਆਪਣੇ ਘਰ, ਜਾਲੇ ਤੱਕ, ਸ਼ਤੀਰੀ ਤੱਕ, ਦੀਵਾਰ ਦੇ ਸਿਰੇ 'ਤੇ। ਜਾਲੇ ਤੱਕ, ਕਿਉਂਕਿ ਮੱਕੜੀਆਂ ਤਾਂ ਜਾਲੇ ਵਿੱਚ ਰਹਿੰਦੀਆਂ ਹਨ। ਬੱਚਿਓ, ਇਹ ਸੀਗੀ ਅੱਜ ਦੀ ਕਹਾਣੀ, ਨਵਾਂ ਸਬਕ। ਹੁਣ ਤੁਸੀਂ ਘਰ ਵਿੱਚ ਇਸ ਦਾ ਬੁੱਕ ਵਰਕ ਕਰੋਗੇ। ਬੁੱਕ 'ਤੇ ਹੀ ਕਰਨਾ ਹੈ, ਸਾਫ਼ ਕਰਿਓ, ਪੈਨਸਲ ਨਾਲ ਕਰਨਾ ਹੈ। ਓਕੇ ਬੱਚੇ, ਥੈਂਕ ਯੂ, ਹੈਵ ਅ ਨਾਈਸ ਡੇ।